ਸਾਧ ਸੰਗਤ ਜੀ ਹੁਣ ਮੈਨੂੰ ਜਿਹੜੀ ਡਰਾਈਵਿੰਗ ਦੀ ਮੇਰੀ ਜੌਬ ਲੱਗੀ ਸੀ ਨਾ ਸਤਿਗੁਰਾਂ ਨੇ ਲਾਈ ਜਾਂ ਸਤਿਗੁਰਾਂ ਦੇ ਹੁਕਮ ਅਨੁਸਾਰ ਲੱਗੀ ਜਾਂ ਪ੍ਰਬੰਧਕਾਂ ਨੇ ਉਹ ਚੱਲਦੀ ਰਹੀ। ਮੇਰੇ ਪਿਤਾ ਜੀ ਨੂੰ ਬਹੁਤ ਇਸ ਗੱਲ ਦੀ ਸ਼ੌਕ ਸੀਗਾ ਕਿ ਗੱਡੀ ਸਤਿਗੁਰਾਂ ਦੇ ਆਉਣ 'ਤੇ ਦੌਰੇ ਤੋਂ ਪਹਿਲਾਂ ਨਵੀਂ ਗੱਡੀ ਲੈਣੀ। ਇਹ ਹੁੰਦੀ ਸੀ ਖਾਸ ਕੇ ਚਰਨ ਪਾਉਣ ਸਤਿਗੁਰੂ ਜੀ ਗੁਰਸੇਵ ਸਿੰਘ ਡਰਾਈਵ ਕਰੇ। ਜਿੰਨਾ ਚਿਰ ਉਹਨਾਂ ਦਾ ਛੋਟੇ ਜਿਹੇ ਟਾਈਮ ਦੇ ਵਿੱਚ ਉਹਨੇ ਜੋ ਕੀਤਾ ਬੜਾ ਪਰਨ ਨਿਭਾਇਆ ਅਤੇ ਮੇਰੀ ਡਿਊਟੀ ਉਹਨੇ ਲਾਤੀ ਕਿ ਤੂੰ ਸਤਿਗੁਰਾਂ ਦੀ ਡਰਾਈਵਿੰਗ ਜ਼ਰੂਰ ਕਰਿਆ ਕਰਨੀ ਆ। ਸਾਧ ਸੰਗਤ ਜੀ ਮੈਂ ਰਜਾ ਅਨੁਸਾਰ ਕਰਦਾ ਰਿਹਾ ਡਰਾਈਵਿੰਗ। ਕੁਝ ਸਮਾਂ ਆਇਆ ਜਦੋਂ ਕਿ ਕਾਫੀ ਸਾਧ ਸੰਗਤ ਵੀ ਹੋ ਗਈ, ਪ੍ਰੇਮੀ ਹੋ ਗਏ। ਹਰ ਕਈਆਂ ਬੰਦਿਆਂ ਦੀ ਸ਼ਰਧਾ ਵੀ ਹੁੰਦੀ ਸੀ ਕਿ ਅਸੀਂ ਮੇਰੀ ਗੱਡੀ ਸਤਿਗੁਰੂ ਜੀ ਚਰਨ ਪਾਉਣ, ਮੈਂ ਡਰਾਈਵ ਕਰਾਂ। ਖੈਰ ਉਹਨਾਂ ਦੇ ਨਾਂ ਲੈਣੇ ਤਾਂ ਬਹੁਤ ਮੁਸ਼ਕਿਲ ਆ। ਸਾਰੇ ਸ਼ਰਧਾਵਾਨ ਸੀਗੇ ਅਤੇ ਗੱਡੀਆਂ ਨਵੀਆਂ ਵੀ ਇੱਕ ਦੌਰੇ 'ਤੇ ਸਤਿਗੁਰਾਂ ਦੇ ਲਈ ਲਈਆਂ ਗਈਆਂ। ਇੱਕ ਦੋ ਜਾਂ ਤਾਂ ਮੈਨੂੰ ਪੱਕਾ ਹੀ ਪਤਾ, ਦੋ 'ਤੇ ਵੀ ਖਰੇ ਸ਼ਾਇਦ 3 ਗੱਡੀਆਂ ਉਹਨਾਂ ਦਾ ਸੀਗਾ ਕਿ ਵੀ ਸਾਡੀ ਗੱਡੀ ਸਤਿਗੁਰੂ ਜੀ ਬੈਠਣ। ਪਰ ਮੇਰੇ ਦਿਲ ਦੇ ਵਿੱਚ ਇਹ ਨਾ ਸੀ ਹੁੰਦੀ ਕਿ ਮੈਂ ਦੂਜੇ ਨੂੰ ਕਹਾਂ ਨਹੀਂ ਤੂੰ ਨਹੀਂ ਇਹ ਕਰ ਸਕਦਾ ਅਤੇ ਮੈਂ ਹੀ ਕਰਨੀ ਹੈ ਜੋ। ਮੈਂ ਚੁੱਪ ਚਪੀਤੇ ਆਪਣੇ ਨਿਯਮ ਦੇ ਅਨੁਸਾਰ ਗੱਡੀ ਤਿਆਰ ਕੀਤੀ। ਮਕੈਨਿਕ ਤੋਂ ਆਪਣਾ ਜਿੱਦਾਂ ਖਾਸ ਇੱਕ ਖੰਡੇ ਵਾਲਾ ਝੰਡਾ ਲਵਾਉਂਦੇ ਸੀ ਕਾਰ 'ਤੇ, ਉਹ ਵੀ ਕੀਤਾ। ਜੋ ਵੀ ਸ਼ਿੰਗਾਰ ਵਗੈਰਾ ਕਰਨਾ ਸੀ ਗੱਡੀ ਦਾ ਕਰਕੇ ਚੁੱਪ ਚਪੀਤੇ ਬਿਨਾਂ ਕਿਸੇ ਨੂੰ ਦੱਸਿਆ। ਪਰਿਵਾਰ ਨੂੰ ਤਾਂ ਪਤਾ ਹੀ ਹੁੰਦਾ। ਅਤੇ ਗੱਡੀ ਲੈ ਗਿਆ। ਗੱਡੀ ਮੈਂ ਪਾਰਕਿੰਗ ਲਾਟ ਦੇ ਵਿੱਚ, ਉਦੋਂ ਪਾਰਕਿੰਗ ਲਾਟ ਛੱਤੀ ਹੋਣਾ ਸੀ, ਬਹੁਤ ਖੁੱਲ੍ਹੀ ਡੁੱਲੀ ਸੀਗੀ। ਅਤੇ ਆਪਣੀ ਗੱਡੀ ਮੈਂ ਬਾਹਰ ਪਰੇ ਖੜ੍ਹੀ ਕਰਕੇ ਅਤੇ ਸਤਿਗੁਰਾਂ ਨੂੰ ਜਿੱਥੇ ਰਿਸੀਵ ਕਰਨਾ ਸੀ ਏਅਰਪੋਰਟ 'ਤੇ ਚਲੇ ਗਏ ਲੈਣ। ਅਤੇ ਦੂਜੇ ਜਿਹੜੇ ਸੀ ਗੱਡੀਆਂ ਜਿੱਥੋਂ ਸਤਿਗੁਰੂ ਜੀ ਖਾਸ ਤੌਰ 'ਤੇ ਜਿੱਥੋਂ ਪਿਕਅਪ ਹੀ ਕਰਦੇ ਪੈਸੇਂਜਰਾਂ ਨੂੰ, ਗੱਡੀਆਂ ਉੱਥੇ ਲਿਜਾ ਕੇ ਖੜ੍ਹੀਆਂ ਕੀਤੀਆਂ ਉਹਨੇ। ਅਤੇ ਕਾਫੀ ਸੰਗਤ ਦੇ ਪ੍ਰੇਮੀਆਂ ਦਾ, ਸ਼ਰਧਾਲੂਆਂ ਦਾ ਜ਼ੋਰ ਪਿਆ ਕਿ ਮੇਰੀ ਗੱਡੀ 'ਚ ਬੈਠਣ, ਮੇਰੀ ਸਿਫਾਰਸ਼ਾਂ ਵੀ ਪਾਉਣ। ਕੋਈ ਮਨਚੰਦਾ, ਸੁਰਿੰਦਰ ਮਨਚੰਦਾ, ਕੋਈ ਸੇਵਕ ਨੂੰ ਕਹਿਣ ਆਪਣੇ ਇਸ ਗੱਡੀ 'ਚ ਬੈਠਣ, ਸਤਿਗੁਰੂ ਜੀ ਇਸ ਗੱਡੀ 'ਚ ਬੈਠਣ। ਸਾਧ ਸੰਗਤ ਜੀ ਮੈਂ ਚੁੱਪ ਚਪੀਤੇ ਬਸ ਆਪਣੇ ਮਜ਼ੇ ਦੇ ਨਾਲ ਸੁਣਦਾ ਰਿਹਾ। ਪਰ ਆਪਣੀ ਮੇਰੀ ਗੱਡੀ ਤਿਆਰ ਪਾਰਕਿੰਗ ਲਾਟ ਦੇ ਵਿੱਚ ਖੜ੍ਹੀ ਸੀ ਅਤੇ ਸਤਿਗੁਰੂ ਜੀ ਬੜੀ ਕਿਰਪਾ ਕੀਤੀ। ਮੇਰੇ ਕੋਲ ਆ ਕੇ ਸਤਿਗੁਰੂ ਜੀ ਕਹਿੰਦੇ ਆਪਣੀ ਗੱਡੀ ਕਿੱਥੇ ਆ? ਮੈਂ ਕਿਹਾ ਜੀ ਪਾਰਕਿੰਗ ਲਾਟ ਦੇ ਵਿੱਚ ਖੜ੍ਹੀ ਆ, ਲੈ ਆਵਾਂ? ਨਹੀਂ, ਕਹਿੰਦੇ ਸਤਿਗੁਰੂ ਜੀ ਦਵਾ ਸੱਟ ਮੋਰੇ ਤੁਰ ਪਿਆ ਸਾਰੇ ਪਾਸੇ ਪਾਰਕਿੰਗ ਲਾਟ ਨੂੰ ਜਾ ਕੇ। ਮੇਰੀ ਗੱਡੀ ਪਿੱਛੇ ਸੰਗਤ ਨੂੰ ਤੁਰਨਾ ਹੀ ਸੀ, ਆਉਣਾ ਹੀ ਸੀ ਬੜੀਆ। ਅਤੇ ਬਸ ਮੇਰੀ ਗੱਡੀ ਦੇ ਕੋਲ ਖੜ੍ਹ ਕੇ ਆ ਕੇ ਸਤਿਗੁਰੂ ਜੀ ਨੇ ਫਿਰ ਉਹ ਮਰਚੰਦਾ ਜੀ ਹੁਣੀ ਜਿੱਥੇ ਸਿਫਾਰਸ਼ਾਂ ਪਾਉਂਦੇ ਸੀ ਉਹ ਕਹਿਣ ਫਿਰ ਮੇਰੀ ਸਿਫਤ ਵੀ ਸੱਚੇ ਪਾਤਸ਼ਾਹ ਜੀ ਗੁਰਸੇਵ ਸਿੰਘ ਨੇ ਤਾਂ ਗੱਡੀ ਬਹੁਤ ਸ਼ਿੰਗਾਰੀ ਦੇ ਝੱਲਣਾ ਵੀ ਲਾਇਆ। ਇਹੋ ਜਿਹਾ ਬੜਾ ਮਨ ਖੁਸ਼ ਹੋਇਆ ਗੱਡੀ ਦੇ ਵਿੱਚ। ਚਲੋ ਸਤਿਗੁਰੂ ਜੀ ਕਿਰਪਾ ਕੀਤੀ ਤਾਂ ਬਸ ਫਿਰ ਇਸ ਤੋਂ ਮੈਨੂੰ ਯਾਦ ਆ ਜਾਂਦੀ ਆ ਕੁਛ। ਉਹ ਥੋੜ੍ਹਾ ਜਿਹਾ ਇਮੋਸ਼ਨਲ ਵੀ ਹੋ ਜਾਂਦਾ ਕਈ ਵਾਰੀ, ਹੁਣ ਤਾਂ ਸ਼ਾਇਦ ਨਾ ਹੋਵਾਂ। ਜਿਹੜਾ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਗਰੀਬ ਮਲਾਹ ਦੀ ਬੇੜੀ 'ਚ ਚਰਨ ਪਾਏ ਸੀ, ਉਹ ਸਾਖੀ ਹਮੇਸ਼ਾ ਯਾਦ ਆ ਜਾਂਦੀ ਹੈ। ਸਾਧ ਸੰਗਤ ਜੀ ਸਾਖੀਆਂ ਤਾਂ ਬਹੁਤ ਜ਼ਿਆਦਾ ਸਾਖੀਆਂ ਆ ਜਿਹੜੀਆਂ ਕਿ ਹਾਲੇ ਮੇਰੀਆਂ ਸਾਖੀਆਂ ਤਾਂ ਸ਼ੁਰੂ ਹੋਣੀਆਂ। ਇੱਕ ਵਾਰੀ ਇਹ ਨਹੀਂ ਹੈ ਮੈਂ ਕਹਿੰਦਾ ਵੀ ਸਤਿਗੁਰੂ ਜੀ ਚਲੋ ਸਾਡੇ ਨਾਮਧਾਰੀਆਂ ਦੇ ਆ ਜਾਂ ਇਕੱਲਿਆਂ ਦੇ ਜਾਂ ਹਿੰਦੂਆਂ ਦੇ ਜਾਂ ਉਹਦੇ ਦੇ ਜਾਂ ਸੇਵਕਾਂ ਦੇ, ਨਹੀਂ ਸਤਿਗੁਰੂ ਜੀ ਸਾਰਿਆਂ ਦੇ ਸੀਗੇ। ਆਪਾਂ ਸਾਖੀਆਂ ਤਾਂ ਸੁਣੀਆਂ ਹੀ। ਸਤਿਗੁਰੂ ਪ੍ਰਤਾਪ ਸਿੰਘ ਜੀ ਕਿੱਦਾਂ ਮੁਸਲਮਾਨਾਂ ਨੂੰ ਵੀ ਪਿਆਰ ਕਰਦੇ ਸੀ। ਇੱਕ ਵਾਰੀ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੋਇਆ, ਬਚਨ ਮੈਨੂੰ ਫੋਨ ਆਇਆ ਕਿ ਮਿਆਮੀ ਤੋਂ ਸ਼ਾਇਦ ਇੱਕ ਮੁਸਲਮਾਨ ਦਾ ਨਾਂ ਲਿਆ ਨਹੀਂ ਕਿ ਉਹਨ ਆਉਣਾ ਇੱਥੇ ਤੁਹਾਡੇ ਕੋਲ ਹੈ ਅਤੇ ਉਹਦਾ ਆਪਾਂ ਸਤਿਕਾਰ ਮਾਣ ਕਰਨਾ। ਸਾਧ ਸੰਗਤ ਜੀ ਉਹਨੂੰ ਵੀ ਪਤਾ ਸੀ ਮੈਂ ਇੱਥੇ ਜਾਣਾ ਪਹੁੰਚਣਾ ਬੜਾ ਮੇਰੇ ਨਾਲ। ਮੇਰਾ ਮਤਲਬ ਸਿਰਫ ਇਹ ਸਾਖੀ ਸੁਣਾਉਣ ਦਾ ਕਿ ਸਤਿਗੁਰੂ ਜੀ ਮੁਸਲਮਾਨਾਂ ਨੂੰ ਵੀ ਬਹੁਤ ਪਿਆਰ ਕਰਦੇ ਸੀ ਅਤੇ ਮੈਂ ਜਿੰਨੀ ਫੁਰਤ ਸੀ ਉਹਦੇ ਮੁਤਾਬਕ ਆਪਣੇ ਉਹ ਸੱਦਿਆ, ਉਹਨਾਂ ਦੀ ਸੇਵਾ ਕਰਕੇ ਤਾਂ ਉਹਨਾਂ ਨੂੰ ਜੋ ਸ਼ਰਧਾ ਬਣੀ ਉਹਦੀ ਸੇਵਾ ਕੀਤੀ। ਬਹੁਤ ਸੋਹਣੀ ਗੱਲ ਆ। ਇਹ ਸਿਰਫ ਮੇਰਾ ਮਤਲਬ ਕਹਿਣ ਦਾ ਭਾਵ ਸਤਿਗੁਰੂ ਜੀ ਹਰ ਇੱਕ ਨੂੰ ਪਿਆਰ ਕਰਦੇ ਰਹੇ ਆ। ਅਤੇ ਸਾਧ ਸੰਗਤ ਜੀ ਇੱਕ
ਸਾਖੀ ਜਿਹੜੀ ਥੋੜੀ ਹੈ ਤਾਂ ਲੰਮੀ। ਸਤਿਗੁਰੂ ਜੀ ਦਾ ਦੌਰਾ ਸੀਗਾ 82 ਤਾਂ 83, ਦੋ ਦੌਰੇ ਸੀਗੇ ਇਕੱਠੇ ਲਗਾਤਾਰ 2 ਸਾਲਾਂ 'ਚ, ਜਾਂ 82 83 ਜਾਂ 84 ਇਹਨਾਂ ਸਾਲਾਂ ਸੀਗੇ ਕਿ ਸਤਿਗੁਰੂ ਜੀ ਆਸਾ ਦੀ ਵਾਰ ਤੋਂ ਬਾਅਦ ਫਾਰਮ ਦੇ ਉੱਤੇ ਪੁਰਾਣਾ ਜਿਹਾ ਘਰ ਸੀ ਸਾਡਾ, ਉਹ ਉੱਥੇ ਲੰਗਰ ਪਾਣੀ ਛਕ ਕੇ ਤੇ ਕੋਠੇ 'ਤੇ ਜਿੱਥੇ ਬਿਸਤਰਾ ਸੀ ਸਤਿਗੁਰਾਂ ਦਾ ਆਰਾਮ ਕਰਨ ਲਈ ਚਲੇ, ਸਤਿਗੁਰੂ ਜੀ ਚਲੇ ਗਏ, ਬਿਰਾਜਮਾਨ ਹੋ ਗਿਆ। ਬੈਠੇ ਜਾ ਕੇ ਗੱਲਾਂ ਬਾਤਾਂ ਕਰਦੇ, ਸਾਧ ਸੰਗਤ ਨਾਲ ਕੁਛ ਸਿੱਖ ਵੀ ਹੁੰਦੇ, ਮੈਂ ਵੀ ਸੀਗਾ। ਮੈਂ ਸਾਧ ਸੰਗਤ ਜੀ ਸਤਿਗੁਰੂ ਦੇ ਚਰਨਾਂ ਦੇ ਵਿੱਚ ਇਹ ਮਾਇਆ ਉੱਥੇ ਬੈੱਡ ਦੇ ਉੱਤੇ ਰੱਖੀ, ਜਿਹਦੇ ਵਿੱਚ ਜਿਹੜੀ ਕਿ ਅਸੀਂ ਮੱਥਾ ਟੇਕਦੇ, ਬੱਚੇ ਨਾਮ ਸਿਮਰਨ ਕਰਦੇ, ਇਕੱਠੀ ਹੋਈ ਉਹ ਸੀ ਸਾਰੇ ਸਾਲ ਦੀ। ਉਹਦੇ ਵਿੱਚ ਕੁਛ ਅਮਰੀਕਨ ਡਾਲਰ ਸੀਗੇ, ਕੋਈ 20 ਦੇ 50 ਦੇ ਇਸ ਤਰ੍ਹਾਂ ਦੇ ਸੀਗੇ ਪੈਸੇ। ਅਤੇ ਮੈਂ ਸਤਿਗੁਰਾਂ ਦੇ ਮੰਜੇ 'ਤੇ ਮੱਥਾ ਟੇਕ ਕੇ ਰੱਖ ਦਿੱਤੇ ਅਤੇ ਸਤਿਗੁਰੂ ਜੀ ਚੱਕ ਲਾਏ ਉਹ ਪੈਸੇ। ਸਤਿਗੁਰੂ ਜੀ ਦੋਨਾਂ ਹੱਥਾਂ ਵਿੱਚ ਕਦੀ ਇੱਧਰ ਹੱਥ ਇੱਧਰ ਕਰ ਲੈਣ, ਕਦੀ ਇੱਧਰ ਕਰ ਲੈਣ, ਇੱਦਾਂ ਘੁਮਾ ਕੇ ਦੇਖੀ ਜਾਣ। ਨਾਲੇ ਬਚਨ ਕਰਦੇ ਆ ਕਿ ਇਹ ਜਿਹੜੀ ਮਾਇਆ ਹੁੰਦੀ ਆ ਇਹ ਪੁੰਨਦਾਨ ਦੇ ਪਾਸੇ ਲੱਗ ਜਾਵੇ ਤਾਂ ਚੰਗੀ ਆ, ਇਹੋ ਨਹੀਂ ਤਾਂ ਮੁਕੱਦਮਿਆਂ 'ਚ, ਜਹਿਮਤਾਂ 'ਚ, ਫੌਜਦਾਰੀਆਂ 'ਚ ਇਹੋ ਜਿਹੇ ਬਚਨ ਕੀਤੇ ਸਤਿਗੁਰਾਂ ਨੇ। ਉੱਥੇ ਫਿਰ ਜੇਲਾਂ ਵੀ ਹੋ ਜਾਂਦੀਆਂ ਅਤੇ ਬੜਾ ਮੇਰੇ ਦਿਲ ਨੂੰ ਤਾਂ ਬਹੁਤਾ ਵਿਚਾਰ 'ਚ ਨਾ ਪੈ ਡੂੰਘੇ। ਉਦੋਂ ਇੰਨਾ ਕੁ ਗਿਆਨ ਵੀ ਨਹੀਂ ਸੀ ਵੀ ਸਤਿਗੁਰੂ ਜੀ ਤਾਂ ਬਹੁਤ ਬਖਸ਼ਿਸ਼ ਬਹਾਰ ਉਹਨਾਂ ਤੋਂ ਕਰ ਆਉਣੀ ਪੈਂਦੀ। ਚਲੋ ਇਗਨੋਰ ਕਰ ਦਿੱਤੀ, ਕੋਈ ਗੱਲ ਧਿਆਨ ਬਹੁਤਾ ਨਾ ਦਿੱਤਾ। ਖੈਰ ਸਤਿਗੁਰਾਂ ਦਾ ਦੌਰਾ ਹੋਇਆ, ਸਤਿਗੁਰੂ ਜੀ ਵਾਪਸ ਚਲੇ ਗਏ। ਦੂਜੇ ਸਾਲ ਉਹ ਤੋਂ ਬਾਅਦ ਫਿਰ ਦੌਰਾ ਸੀ ਸਤਿਗੁਰਾਂ ਦਾ। ਸਾਧ ਸੰਗਤ ਜੀ ਉਸੇ ਹੀ ਟਾਈਮ 'ਤੇ, ਉਸੇ ਹੀ ਕਮਰੇ ਦੇ ਵਿੱਚ, ਉਸੇ ਹੀ ਹਾਲਾਤ ਦੇ ਵਿੱਚ, ਉਸੇ ਟਾਈਮ ਸਭ ਕੁਛ ਉਹੀ ਬਚਨ, ਉਸੇ ਤਰ੍ਹਾਂ ਮੈਂ ਮਾਇਆ ਜਾ ਕੇ ਫੇਰ ਚੜਾਈ। ਸਾਧ ਸੰਗਤ ਜੀ ਉਹੀ ਬਚਨ ਸਤਿਗੁਰਾਂ ਨੇ ਰਿਪੀਟ ਕੀਤੇ ਉਹ 1 ਸਾਲ ਤੋਂ ਬਾਅਦ। ਤੇ ਜਦੋਂ ਇਹ ਬਚਨ ਕੀਤੇ ਤਾਂ ਕੋਲ ਸੰਤ ਗੁਲਜ਼ਾਰ ਸਿੰਘ ਜੀ ਸਤਿਗੁਰਾਂ ਦੇ ਸੇਵਕ ਜਿਹੜੇ ਨਾਲ ਆਏ ਸੀਗੇ ਉਹ ਖੜੇ ਸੀ। ਸਾਧ ਸੰਗਤ ਜੀ ਉਹਨਾਂ ਨੇ, ਸੰਤਾਂ ਨੇ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ ਜੀ ਤੁਹਾਡੇ ਚਰਨ ਫੜਨ ਦਾ ਫਿਰ ਸਾਨੂੰ ਕੀ ਫਾਇਦਾ ਹੋਇਆ ਜੇ ਇਹਨਾਂ ਗੱਲਾਂ 'ਚ ਹੀ ਲੰਘਣਾ ਅਸੀਂ। ਹੁਣ ਤੁਸੀਂ ਦੇਖੋ ਸਤਿਗੁਰੂ, ਕੀ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਵੀ ਸਤਿਗੁਰੂ ਐਡਾ ਦੂਰ ਅੰਦੇਸ਼ੀ ਹੁੰਦਾ? ਉਹ ਸੰਗਤੇ ਉਹ ਬੇਅੰਤ ਔਰ ਉਹਦੀ ਲੀਲਾ ਬੇਅੰਤ ਅਪਰਮ ਅਪਾਰ। ਐਸਾ ਹਾਲਾਤ ਹੋਏ ਉਸੇ ਹੀ ਦੌਰੇ ਦੇ ਵਿੱਚ ਸਾਨੂੰ। ਮੇਰੀ ਫਿਰ ਇੱਕ ਹੋਰ ਵੀ ਸ਼ਿਕਾਇਤ ਹੁੰਦੀ ਸੀ ਸਤਿਗੁਰਾਂ ਅੱਗੇ, ਸੱਚੇ ਪਾਤਸ਼ਾਹ ਜੀ ਮੇਰਾ ਸਿਰ ਬਹੁਤ ਦੁਖਦਾ ਰਹਿੰਦਾ, ਮੇਰਾ ਇੱਥੋਂ ਬੈਕ ਤੋਂ ਕਾਫੀ ਸਿਰ ਦੁਖਦਾ ਹੁੰਦਾ ਸੀ, 2-3 ਸਾਲ ਦੁਖਦਾ ਰਿਹਾ। ਅਤੇ ਸਤਿਗੁਰੂ ਜੀ ਹੁਕਮ ਕਰਨ ਲੱਗ ਪਏ ਕਿ ਸਾਡੇ ਨਾਲ ਅਫਰੀਕਾ ਨੂੰ ਚਲੋ, ਉੱਥੇ ਸਾਡੇ ਕੋਲ ਡਾਕਟਰ ਆਏ ਕਿ ਉਹ ਠੀਕ ਕਰ ਦਿਓ। ਹੋਰ ਵੀ ਕਈ ਤਰ੍ਹਾਂ ਦੀਆਂ ਅਰਜ਼ਾਂ। ਅਤੇ ਅਗਸਤ ਦਾ ਮਹੀਨਾ ਸੀ, ਫਾਰਮ ਦਾ ਕੰਮ ਬਹੁਤ ਜ਼ੋਰਾਂ 'ਤੇ ਹੁੰਦਾ ਉਹਨਾਂ ਦਿਨਾਂ 'ਚ। ਬਿਜਾਈ ਵੀ ਚੱਲਦੀ ਹੁੰਦੀ ਆ, ਹਾਰਵੈਸਟਿੰਗ ਵੀ ਚੱਲਦੀ ਹੁੰਦੀ ਆ, ਟੇਕਿੰਗ ਕੇਅਰ ਵੀ ਹੁੰਦੀ ਆ ਫਸਲ ਦੀ। ਅਸੀਂ ਕਹਿਣਾ ਜੀ ਸੱਚੇ ਪਾਤਸ਼ਾਹ ਬਹੁਤ ਬਿਜੀ ਦਿਨ, ਕਹਿੰਦੇ ਲੱਗਦਾ ਹੀ ਹੁੰਦਾ। ਹਰ ਇੱਕ ਗੱਲ 'ਤੇ ਸੱਚੇ ਪਾਤਸ਼ਾਹ ਕਹਿਣ ਚਲੋ ਸਾਡੇ ਨਾਲ ਅਫਰੀਕਾ ਨੂੰ, ਮੈਨੂੰ ਮੇਰੇ ਮਾਮਾ ਜੀ ਹਰਬਖਸ਼ ਸਿੰਘ ਨੂੰ ਵੀ ਇਹ ਹੋਈ ਹੁਕਮ, ਚਲੋ ਠੀਕ ਆ। ਖੈਰ ਜੀ ਅਸੀਂ ਜਦ ਬਹੁਤ ਬਚਨ ਹੋਏ ਤਾਂ ਅਸੀਂ ਦੋਨਾਂ ਨੂੰ ਸਲਾਹ ਲਾਈ ਵੀ ਅਸੀਂ ਹੁਣ ਇਨਕਾਰ ਨਹੀਂ ਕਰਨਾ, ਵੀ ਤਿਆਰੀ ਕਰ ਲਈਏ। ਖੈਰ ਇੱਕ ਦਿਨ ਅਸੀਂ ਫਿਰ ਪੂਰਾ ਦਿਨ ਵੈਨਕੂਵਰ ਸਾਰਾ ਟਿਕਟ ਵੀ ਬੁੱਕਾਂ ਕਰਾਈਆਂ, ਟੀਕੇ ਵੀ ਲਵਾਏ, ਜੋ ਕੁਝ ਵੀ ਕਰਨ ਵਾਲਾ ਸੀ ਸਾਰਾ ਪ੍ਰੋਗਰਾਮ ਤਿਆਰੀ ਕਰਕੇ ਸਾਰਾ ਦਿਨ ਲਾ ਕੇ ਤਾਂ ਰਾਤ ਨੂੰ 10 ਵਜੇ ਮੇਰੇ ਮਾਮਾ ਜੀ ਹਰਬਖਸ਼ ਸਿੰਘ ਦੇ ਘਰ ਉਦੋਂ ਦੌਰਾ ਹੁੰਦਾ ਸੀ, ਡੇਰਾ ਹੁੰਦਾ ਸੀ ਸਤਿਗੁਰਾਂ ਦਾ। ਉੱਥੇ ਫਿਰ ਸਤਿਗੁਰੂ ਅਸੀਂ ਵੈਨਕੂਵਰੋਂ ਮੈਂ ਫਾਰਨ ਨੂੰ ਆ ਗਿਆ ਸਿੱਧਾ, ਅਤੇ ਮਾਮਾ ਹਰਬਖਸ਼ ਸਿੰਘ ਆਪਣੇ ਡੇਰੇ ਜਾਣਾ ਹੀ ਸੀ ਉਹਨੇ। ਅਤੇ ਮੈਂ ਸਤਿਗੁਰਾਂ ਹਰਬਖਸ਼ ਸਿੰਘ ਨੂੰ, ਮਾਮਾ ਜੀ ਨੂੰ ਅਰਜ਼ ਕੀਤੀ, ਮੈਂ ਕਿਹਾ ਤੂੰ ਇੱਦਾਂ ਕਰੀ, ਸਤਿਗੁਰਾਂ ਕੋਲ ਹੈ ਅਰਜ਼ ਕਰਦੇ ਵੀ ਸੱਚੇ ਪਾਤਸ਼ਾਹ ਜੀ ਅਸੀਂ ਹੁਣ ਸਾਡੀ ਤਿਆਰੀ ਪੂਰੀ ਆ, ਪਰ ਅਸੀਂ ਅਫਰੀਕਾ ਨੂੰ ਸਿੱਧੇ ਹੀ ਆ ਜਾਵਾਂਗੇ। ਅਤੇ ਖੈਰ ਚਲੇ ਗਿਆ ਮੈਂ 10-11 ਵਜੇ, 10:30 ਵਜੇ ਪਹੁੰਚਿਆ ਘਰ ਆਪਣੇ। ਅਤੇ ਸਤਿਗੁਰਾਂ ਦਾ ਮੈਨੂੰ ਫੋਨ ਉਸੇ ਵੇਲੇ ਆ ਗਿਆ ਰਾਤ ਨੂੰ, ਗੁਰਸਿੱਖਾ ਕਾਲ ਥਾਂ ਪਈ, ਹੁਣ ਜਿੱਧਰ ਦੀ ਮਰਜ਼ੀ ਆ ਜਾਇਓ। ਸਾਧ ਸੰਗਤ ਜੀ ਅੰਦਾਜ਼ਾ ਲਾ ਲਓ ਜੋ ਕੁਛ ਸੀ ਸਤਿਗੁਰਾਂ ਨੇ।
बस तैयारी हो गई। सतगुरु जी अफ्रीका थाईलैंड राही इंग्लैंड नूं जाण अफ्रीका नूं जाना सी। सानू हुक्म हो गया भी तुसीं सीधे ही आ जाए उत्थे। असीं बुकिंग के मुताबिक चले गए, सतगुरु जी चले गए, असीं भी जाना सी। इत्थे एक छोटी जी स्टोरी होर नाल दी भी, जिद्दां सतगुरु जी हुक्म कीता सी कि सतगुरु नूं इदां दुनिया दीदी हुंदी जिद्दां आमले हथियाली ते आमला पिया। एक जगह फ्लाइट सीगी, वो दूजे अजे काले लोग है उन्होंने फ्लाइट सी, उन्होंने बंदे भी सारे उही काम करन। मैनूं याद नहीं आता, लाइटां बदल बदल के जानियां पईयां सी सानूं चेचे तौर पर। तो एक थैं उन्हें असीं फूड तो लिखाई सी वैजीटेरियन, पर उन्हें आंडा विच देता मैनू फूड दे विच, आंडे की सब्जी जिद्दां उन्होंने ख्याल मुताबिक आंडा वैजीटेरियन वा। मैं बहुता चैक तो ना किया, इसे विश्वास भी वैजीटेरियन ही हाँ। मैं मूँह च पा लिया चमचा, वो मैं क्या था अंडा निकलिया। उत्थे फिर मैं छड़ दिता, जो भी मैनू पता नहीं याद, मैं सिट दिता जां नहीं, पर मैंने फिर बात नहीं खाधा। अफ्रीका पहुँच गए। सूबा दर्शन सिंह हुणां दे घर डेरा सी। पहला ही साडा इहो विचार सी कि असीं पहला एयरपोर्ट तो सतगुरां दे दर्शन करने, तो फिर गां जिथे भी जाना जुना होगा, इधर जिथे डेरा होਊ उत्थे ले जावांगे। असीं जद गए सतगुरां दे चरनां ते मत्था टेकिया। सतगुरु जी वचन कीते। प्लेन दे विच खुराक की तो बड़ी मुश्किल आई होनी आ। हुण देखो तुसीं वे सतगुरु जी देखदा ना वे किदां हथियाली ते पिया दुनिया। इस खैर साखी दे विच साखी आ, पर वो जो कुछ उत्थे फिर मेरे उस दौरे ते जिहड़ी साडी बचत कीती सतगुरां ने, खास तौर ते वो सारी जिहड़ियां चीज़ां होणीआं सी ना, लड़ाई झगड़ा, हस्पतालों की अटेंडेंस, बस जो कुछ भी है उस इनवॉल्व हो जाना सी जे मैं इत्थे हुंदा उस वेले। पर सतगुरु जी मैनू इत्थों कढ़ के अफ्रीका नूं, मेरा सिर जिस डॉक्टर को, मेरा उसका नाम संत गुरचैन सिंह, उन्हीं 5 मिनटां दे विच मेरा सिर हटाता। मैनू सतगुरां ने हुक्म कीता भी इन्हूं जाके इन्हां नूं, मेरे नाल सेठ तरलोक सिंह सी, मामा हरबख्श सिंह सी, एक सिद्धू सीगा बंदा, वो भी घोड़ियां दा वपार करदा हुंदा सी अमरीका च। ते वो असीं बैठे सारे ने, मेरी गल सुन के वो कहंदा तेरा तां इलाज साडे कोल 5 मिनटां दा ही आ। और उत्थे बैठे नहीं, मेरा 5 मिनटां दी बजाए 3 मिनटां दे विच मेरा सिर हटाता। और वो सिर मेरा मुड़ के अज ताईं नहीं दुखिया। जे किते दुखना भी होगा तो मैं अपने आप भावां धुकाया होऊगा। सतगुरु जी ने सानू ऐसा पहरावा दिता जिहदी बहुत ही वड्डी महानता आ। एक बारी सतगुरु जी बचन कीते, सतगुरां दे बचनां ते मैं सुनदा सीगा। सतगुरु जी बचन करदे आ कि अपना सिख कोई दिल्ली रेलवे स्टेशन ते खड़ा सी, पूरे पहरावे च। उन्हां दिनां च दिल्ली की हालत बहुत खराब सी, जिथे कि काफ़ी रौले घजौले, काफ़ी मार कुट सीगी हुंदी। उन्हां दिनां दी गल आ कि एक कोई लड़की आई, वो जिहड़ा सिख सी पूरे पहरावे दे विच उहदे चरनां ते मत्था टेक के कहंदी, संत जी मेरे घरदिआं ने मैनूं लैण आउणा सी, पर पता नहीं वो क्यों नहीं पहुँच नहीं सके। आ मेरा एड्रैस वा, किरपा करो मैनूं उस एड्रैस ते पहुँचा दिओ। खैर उन्होंने किस तरह पहुँचाया, की गलबात हुई, वो तो बहुती गल नहीं। गल तो सिर्फ हैगी पहरावे की, किन्ने बंदे होणगे। वो बिना किसी जान पछाण तो उस सिख कोल आई, सिर्फ उसदा पहरावा देख के कि ये मेरी पूरी रखिया ना, मेरी सेफ्टी दे नाल मैनूं घर पहुँचा देऊगा। कितना विश्वास सी उहदे पहरावे ते। साध संगत जी, एक हुण मैनूं याद आ गई अपनी, एक नहीं मैनूं 4-5 वाक़ियात याद आ गए कि पहरावे की कितनी इंपोर्टेंस है। सतगुरां ने सानूं माण होना चाहिए है। पहरावा सतगुरां ने सानू कितनी किरपा करके और कितनियां बख्शिशां इहदे विच दित्तियां। असीं, मेरा ख्याल आ वो जापान एयरलाइन का ख्याल की सीगा, जापान एयरलाइन सीगी। अपने जिहड़े मोस्टली अपने पंजाबी इंडियन मोस्टली अपने का भरिया हुंदा सी जहाज, वो फ्लाइटां उन्हां दे। इन्ना तो मैनूं जरूर याद आ कि 150-200 के उत्ते ही होगा बंदा जिहड़ा अपने सीगे उत्थे। ते जाके जापान दे विच वो जहाज लगा। उन्हीं सारे साडे जिन्ने बंदे सीगे, जिन्हें ओवरनाइट रहना सी, बुक करने सी होटल,
उन्होंने होटलों के विच है उन्हें पता नहीं बंदे बहुत देखे हो गए, कुछ थोड़ा जिहा उन्होंने बिहेवियर भी साडे बंदियां नाल बहुता चंगा ना सी उन्होंने दिनों च। जापानियों ने कहना एवं कोई क्लास सानू ठीक नहीं समझते। उन्हें सानू ये कहता एक बड़े सारे हाल जाए जाके बुकिंग कर लग पाया कमरियां की। असीं सारे बंदे देखते रहे, वो कहते थानू कल्ले कल्ले नूं जां दो नूं तां रूम नहीं मिलना, थानू 4-4 5-5 बंदियां नूं रूम लैणे पैणे आ। हुण कई बंदे तो सीगे 4-4 5-5 फैमिलियां दे बंदे गए, उन्होंने तो कोई फिक्र ना। तो थोड़ी जी परेशानी कईयां नूं हुई। साध संगत जी उस वेले मैनू ये पक्का पता कि 2 बेटियां लड़कियां जिन्हां दी उम्र कोई 28 30 32 साल के गेट सीगी, बहुत साऊ सुभाਅ दे विच सीगियां वो बेटियां दोनों ही कुड़ियां। सादे कपड़े सी उन्हां दे, पहरावा जिहड़ा सी भड़कीला ना सी। मैनू इन्ना लगदा सी भी जरूर किसी चंगे खानदान चों आ, और बहुत शरीफ भलियां मानसा, सुंदर हर तरह ही कुड़ियां, बहुत नाइस परसनैलिटी सी। ते साध संगत जी मैनू नहीं पता उन्हें की देखा मेरे च, मैं पहरावे अपने नामधारी पहरावे सीगा, उन्हीं दोनों ने पासपोर्ट मेरे को लिया के देते फड़ाते मेरे हथ। साध संगत जी मैं उन्होंने कुछ नहीं पूछया भी तुसीं कौन हो, कित्थों आईयां भैणां आ जां तुसीं सहेलियां आ जां की आ। लगदियां सी ओह दोनों भैणां सीयां। ਉਹੀ पासपोर्ट मैं उदा ही ਜਿਹੜਾ बुकिंग करता सी ਉਹਨਾਂ ਦੇ ਮੋਹਰੇ ਰੱਖ ਦਿੱਤੇ पासपोर्ट उदा ही फड़ के। ਹੁਣ इनकलूड नहीं मैनू कर लिया, 2 हो गई 3 हो गया, चलो रूम बुक कर दिता। जब रूम बुक करके देता तो मैं उदा ही पासपोर्ट उन्होंने फड़ाते। मैनू नहीं पता वो कौन सीयां, कित्थों आईयां सीयां, किहड़े पिंड जाना उन्हें, तो किहड़ा रूम है उन्होंने, मैनू कुछ नहीं पता। उदा ही फड़ाती मैं चुप करके, बाद मैनू ना मिलियां। बस इन्नी मेरी ये खास स्टोरी पहरावे की। सिर्फ उन्हें मेरा पहरावा देखा भी ਇਹਦਾ ਪਹਿਰਾਵਾ ਕੀ ਆ, तो ये मतलब उन्होंने परेशानी ये सी कि असीं पता नहीं किद्दां दा सानू रूम मिल जाऊगा, किहदे नाल सानू मिल रहना। एक होर फिर याद साखी आई मैनू पहरावे की। मेरा ख्याल उस टाइम ते जदों मैं सच्ची पिंड इंडिया गए ना, मेरे भरा दा ब्याह करन गए सीगे, ते असीं खैर कामकार थोड़ा जिहा बहुता जिन्ना भी सानू तसल्ली हो गई भी काम सैट हो जाना, तो मैं अपने भरा नूं ते 1-2 बंदे मैं होर लै लैंदा सी नाल, चलो आपां फिरन तुरन चलीए। ते चलो भाखड़ी दी मैं आखिया सैर करके आउने अज, नाल लै लिया। ते ओह इक लंबड़ हुंदा सी साडे, ओह पुराने नामधारी फैमिली चों सी, हुण उन्हां अमृत वगैरह छक लिया सी, ते उहनूं भी नाल लै लैणा, लिहाज साडी पुरानी हुंदी साडे बजुर्गां दी। ते असीं भाखड़ी नूं जांदे आ, ते गढ़ शंकर दे विच सानूं गैस पाउणा पिया पेट्रोल गड्डी दे विच। ड्राइवर साडा जिहड़ा सीगा सानूं हंसपाल होਣਾ तो जां मतलब सतगुरू की रजाबंदी के सतगुਰਾਂ के हुक्म अनुसार दिता गया सी। बहुत दिल्ली का बंदा सी, वो बड़ा सुलझाया बंदा सी, ड्राइवर सीगा मोना। वो जब असीं गड्डी दे विच गैस पवा के निकलण लगे हाँ ना, तो साडी कार है एक बस आउंदी सी उधरों, उहदे विच वजन लगी। वो ऐसा बस ड्राइवर उलझिया, वो बचाउंदा बचाउंदा सानू डिच विच टाली दे विच जाके विच सीधा तो ना वज्जा, डिच विच डिप पई कार गड्डी उन्हां दी बस। ते वो बड़े गुस्से, साडा जिहड़ा ड्राइवर सी वो गड्डी खड़ी करके बाहर निकल के खड़ गया। तो उदों 4-5 बंदे बस चों निकले, एक ड्राइवर, एक कंडक्टर, एक बंदा जिहड़ा उत्थे दा टाउट हुंदा सी, 3-4 बंदे आके सीधे ही आउण। वो जिहड़ा मेरा सीगा साथी पिंड दा लंबड़ बहादुर सिंह उहदा नाम सी, वो कहे वो चले जा तैनूं कहंदा। 2-3 बारी उन्हें कहा, वो ना ही निकले, उन्होंने मन्नी ना गल उहदी। जाके उन्होंने मोहरे गड्डी दे मोहरे हथ जोड़ के खड़ गया। वो सीधे ही आए दे नूं आए तो सीगे, उन्होंने पता, तुहानूं पता वो बंदे सीगे कि किहड़े मूड च आए, जां सच्चे पातशाह दी किरपा दे नाल आए ना गड्डी दे सामने। मैं पिछे गड्डी ते नाम सिमरन नहीं करदा सी हाले, ते वो जिहड़ा उन्हां दा टाउट सीगा बड्डा, जिहड़ा बहुता बदमाश ही अपने आप नूं कहाउंदा, उन्हें इदां विंडो राहीं मेरे वल देखिया गड्डी च विचों बाहर च। पता नहीं उन्होंने की दिसिया की नहीं। पहरावा मेरा अपना सीगा नामधारी, बुक्कल भी मैं शायद मारी सी पता नहीं, तो करदा भजन सी मैं। उन्हें इदां मेरे वल देखिया, मैं उहदे वल देखिया। साध संगत जी उत्थे ऐ ठंडा हो गया वो, और इन्नी गल उन्हें कही, कहंदा सौहरिया तैं सानूं मरवाया सी। साध संगत जी वो बंदे नूं भी माफ़ कर दिता, चुप करके वो वापस चले गए।
और बहादुर सूस जिहड़ा कहंदा ये बंदे तां ओह आ जिहड़े कचहरी दे विच बंदे नूं फिरदे तुरदे नूं फड़ के ढा लैंदे आ, तां कहंदे इहो जिहे बंदे आ इन्हें तैनूं छड्डना सी। कहंदा ये तां तेरा सतगुरू सी जिहड़ा उन्हां नूं ठंडे कर गया। उन्हें तां कहंदा नहीं भंन छड्डना सारे बिच्चे, साडी भी बेइज्जती करनी सी। सो ये पहरावे दा मेरा तुहानूं साध संगत जी, जदों भी मैं इंडिया नूं जांदा सी ना, उस वेले मेरे दिल दे विच ये हुंदी सी कि पहलां सतगुरू जी दे दर्शन होण, बाकी काम कार जो कुछ करना बाद च होवे, सतगुरू जी तो छुट्टियां लैके करा। एक बारी हालात ऐसे होए कि मैनूं कोई पक्का पता भी है नहीं सी इहो काफ़ी भी सतगुरू जी कित्थे आ, जां सतगुरू दिल्ली आ, जां सतगुरू जी बाहर दौरे ते गए हो आ, जां सतगुरू भैणी साहब आ। ते पर वो बुकिंग ऐसी साडी हुई अपॉइंटमेंट मतलब तहसील दे विच है कि जिद्दण मैं उतरना सी वो तो दूजे दिन तां साडे कोल सीगा छड्ड के एक दिन वो सारे काम कार लिखने सी। जे वो पेपर ना साइन करदे तां काफ़ी प्रॉब्लम आ सकदी सी। ते मैं हुण 6-5 विच पै गया भी मेरा परण तां हैगा भी मैं सतगुरां दे दर्शन करने आ पहलां, तां फिर जाना अपने काम करन च। भी इत्थे हुण सिचुएशन ये हो गई कि जे मैं दिल्ली तो पंजाब नूं जाना, एक दिहाड़ी दा पूरा रस्ता आ, दूजा पूरा दिन दिहाड़ी जिहड़ा पंजाब तो उत्तराखंड दा आ। मैं बड़ा परेशानी जे पिया रहा इत्थों जांदा ही शुरू। तो ये भी ना पता भी सतगुरू जी भैणी साहब आ, या सतगुरू जी बाहर गए हो आ, या सतगुरू जी दिल्ली च आ, कोई खास मैनू इनफॉर्मेशन नहीं सी मेरे को। साध संगत जी, जिस वेले मैं उत्थे दिल्ली एयरपोर्ट ते उतरिया ना, जिहड़ा मैनू ड्राइवर लैण आया सी बलदेव सिंह ही नाल, एक उहदे होर दूजा सी, ते मैं उन्होंने पहला ही क्वेश्चन किया भी सतगुरू जी अजकल कित्थे आ। साध संगत जी, मैनू उन्होंने खबर दी कि सतगुरू जी घंटा या 2 घंटे का टाइम दस्सिया, कहंदा हुणे ही दिल्ली पहुंचे आ, अज अफ्रीका तो आए आ। ते मेरी खुशी की हद ना रही। मैं क्या मेरे सारे काम पूरे हो गए, इत्थों दर्शन करूँगा, मैं जाके पहुँच जाऊँगा उत्थे उत्तराखंड दूजे दिन, तीजे दिन काम करने हैं। खैर उत्थे फिर सतगुरां दे दर्शन होए, रौनक मेला बनिया। तड़के फिर आसा दी वार उदों सतगुरू जी अपने संत दीदार सिंह कोलों सुनते सीगे, ते मैनू भी होर सलाह दी भी तुसीं इदां करियो भी माता जी दे कोल जाके सवेर नूं बैठ जाओ, उत्थों नाल फिर माता जी नाल सतगुरां दे कमरे चले जाओ। तो इदा ही हुई सतगुरू माता जी, फिर असीं बैठे रहे, माता जी भजन करते थे, थोड़ा अरदास करके मैं तो मेरे घर वाली सी, तो जिथे सतगुरू जी आसा की वार सुनते थे उस कमरे चले गए। आसा की वार सुनी बड़े प्रेम के नाल, बड़ा सोहना नज़ारा देखा सतगुरू जी। इदा मैनू लगे भी जिदा ददार सूँ कि भुलन लगा, तो उन्होंने पहला ही कहिंदे तू भुल जाना होगा। इन्ना सोहना मैनू मजा दे कि उत्तराखंड में गए, उत्थे काम कार सतगुरू जी ने आपे ही कीते, सारे सोहने कीते, एन ठीक कीते, बड़ी खुशी हुई। सो ये सतगुरू जी हरता करता हर वेले। साध संगत जी, स्टोरियां तो मुक्कण नूं नहीं है, इन्नियां लम्मियां स्टोरियां। इहो एक मेरा तो जीवन सतगुरू की साखी है बस। श्वास श्वास पल पल हर वेले सतगुरू जी नाल रहे आ। ते सतगुरू जी के चरणों च यही अरदास है, सच्चे पातशाह जी समय का मालिक इसी तरह प्यार दिंदा रही, इसी तरह ही अपनी नज़रां सवालियां रखी। हुण इत्थे मैं अज खेमा दा जाचक हां। सत श्री अकाल।